ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਾਂਗੇ I-20 ਡਿਪੋਜ਼ਿਟ ਅਤੇ ਸਕਾਲਰਸ਼ਿਪ। ਇਹਨਾਂ ਦੋਨਾਂ ਚੀਜ਼ਾਂ ਦਾ ਆਪਣੇ ਵੀਜ਼ਾ ਦੇ ਉੱਪਰ ਕਿੰਨਾ ਕੁ ਅਸਰ ਪੈਂਦਾ ਹੈ। ਸਾਡੇ ਕੋਲ ਸਟੂਡੈਂਟ ਅਕਸਰ ਆਉਂਦੇ ਨੇ ਤੇ ਪੁੱਛਦੇ ਨੇ ਕਿ ਸਰ ਮੈਂ ਕਿਹੜੀ ਯੂਨੀਵਰਸਿਟੀ ਵੱਲ ਅਪਲਾਈ ਕਰਾਂ ਕਿ ਮੇਰੇ ਜਿਹੜੇ ਵੀਜ਼ਾ ਦੇ ਚਾਂਸਸ ਹੈ ਉਹ ਵੱਧ ਜਾਣ। ਸੋ ਹਮੇਸ਼ਾ ਸਾਡਾ ਹੀ ਰეკਮੈਂਡੇਸ਼ਨ ਰਹਿੰਦਾ ਹਰ ਇੱਕ ਸਟੂਡੈਂਟ ਨੂੰ, ਜਦੋਂ ਵੀ ਅਪਲਾਈ ਕਰੋ ਟੌਪ ਦੀ ਯੂਨੀਵਰਸਿਟੀਜ਼ 'ਚ ਅਪਲਾਈ ਕਰੋ, ਜਿਨ੍ਹਾਂ ਨੂੰ ਵੇਖ ਕੇ ਵੀਜ਼ਾ ਆਫਿਸਰ ਨੂੰ ਲੱਗ ਸਕੇ ਕਿ ਤੁਸੀਂ USA ਜਾ ਕੇ ਆਪਣੀ ਸਟੱਡੀ ਵਧੀਆ ਤਰੀਕੇ ਨਾਲ ਕੰਪਲੀਟ ਕਰੋਗੇ। ਤੁਹਾਨੂੰ ਸਾਰੀਆਂ ਫੈਸਿਲਿਟੀਜ਼ ਜੋ ਐਜ਼ ਅ ਇੰਟਰਨੈਸ਼ਨਲ ਸਟੂਡੈਂਟ USA 'ਚ ਮਿਲਣੀਆਂ ਚਾਹੀਦੀਆਂ ਕਿ ਉਹ ਯੂਨੀਵਰਸਿਟੀ ਦੇ ਪਾਏਗੀ। ਜੋ ਵੀ ਤੁਸੀਂ ਅਮਾਊਂਟ ਸਪੈਂਡ ਕਰ ਰਹੇ ਹੋ ਯੂਨੀਵਰਸਿਟੀ ਫੀਸ ਦੇ ਉੱਪਰ, ਕਿ ਉਹ ਯੂਨੀਵਰਸਿਟੀ ਉਸ ਲੈਵਲ ਦੀ ਟੀਚਿੰਗ ਕਰਵਾ ਪਾਏਗੀ, ਕਿ ਉਹ ਯੂਨੀਵਰਸਿਟੀ ਉਸ ਲੈਵਲ ਦੀ ਫੈਸਿਲਿਟੀਜ਼, ਉਸ ਲੈਵਲ ਦੀ ਟੀਚਿੰਗ, ਉਸ ਲੈਵਲ ਦੀ ਐਜੂਕੇਸ਼ਨ, ਉਸ ਲੈਵਲ ਦੀ ਰਿਸਰਚ, ਐਂਡ ਕਿ ਯੂਨੀਵਰਸਿਟੀ ਸਪੈਸ਼ਲਾਈਜ਼ਡ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਉਸ ਸਟਰੀਮ ਦੇ ਲਈ ਸਹੀ ਤਰੀਕੇ ਨਾਲ ਗਾਈਡ ਕਰਨ ਲਈ, ਕਿ ਉਸ ਯੂਨੀਵਰਸਿਟੀ ਤੋਂ ਕੋਰਸ ਕੰਪਲੀਟ ਕਰਕੇ ਸਟੂਡੈਂਟ ਨੂੰ ਉਹਦੇ ਮਤਲਬ ਦਾ ਕਰੀਅਰ, ਉਹਦੇ ਮਤਲਬ ਦੀ ਹਾਈਟ ਮਿਲ ਪਾਏਗੀ ਕਿ ਨਹੀਂ ਮਿਲ ਪਾਏਗੀ, ਉਸ ਦੇ ਮਤਲਬ ਦੀ ਗਰੋਥ ਮਿਲ ਪਾਏਗੀ ਕਿ ਨਹੀਂ ਮਿਲ ਪਾਏਗੀ। ਸੋ ਸਟੂਡੈਂਟ ਇੱਕ ਸਮਝਣਾ ਪਏਗਾ ਕਿ ਯੂਨੀਵਰਸਿਟੀ ਦੀ I-20 ਡਿਪੋਜ਼ਿਟ ਫੀ ਹੁੰਦੀ ਕੀ ਹੈ। ਕੁਝ ਐਸੀ ਯੂਨੀਵਰਸਿਟੀ ਵੀ ਹੈ USA ਵਿੱਚ ਜੋ ਐਪਲੀਕੇਸ਼ਨ ਫੀ ਤਾਂ ਲੈਂਦੀਆਂ ਪਰ I-20 ਦੀ ਡਿਪੋਜ਼ਿਟ ਦੀ ਕੋਈ ਫੀਸ ਨਹੀਂ ਲੈਂਦੀਆਂ। ਪਰ ਕੁਝ ਐਸੀਆਂ ਵਧੀਆ ਯੂਨੀਵਰਸਿਟੀਜ਼, ਕੁਝ ਨਾਮੀ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੀ ਐਪਲੀਕੇਸ਼ਨ ਫੀ ਵੀ ਹੁੰਦੀ ਹੈ ਅਤੇ ਉਹਦੇ ਨਾਲ I-20 ਦੀ ਇੱਕ ਡਿਪੋਜ਼ਿਟ ਫੀ ਵੀ ਹੁੰਦੀ ਹੈ। ਹੁਣ I-20 ਦੀ ਡਿਪੋਜ਼ਿਟ ਫੀ ਯੂਜ਼ਲੀ ਕਿੱਥੋਂ ਸਟਾਰਟ ਹੁੰਦੀ ਹੈ? ਇਹ ਨਾਰਮਲੀ $500 ਤੋਂ ਲੈ ਕੇ $2000 ਤੱਕ ਚੱਲਦੀ ਹੈ। ਐਂਡ ਇਹ ਕਲੀਅਰਲੀ ਮੈਂਸ਼ਨ ਹੁੰਦਾ ਹੈ ਸਟੂਡੈਂਟ ਦੇ ਆਫਰ ਲੈਟਰ ਦੇ ਉੱਪਰ ਕਿ ਜਿਹੜੀ ਵੀ ਤੁਸੀਂ I-20 ਦੀ ਡਿਪੋਜ਼ਿਟ ਫੀ ਪੇ ਕਰ ਰਹੇ ਹੋ, ਇਹ ਫੀ 100% ਰਿਫੰਡੇਬਲ ਹੈ। ਜੇ ਤੁਹਾਡਾ ਇਸ ਯੂਨੀਵਰਸਿਟੀ ਦੇ ਇੰਟਰਵਿਊ, ਜਦੋਂ ਤੁਸੀਂ ਇਸ ਯੂਨੀਵਰਸਿਟੀ ਦੇ I-20 ਨੂੰ ਲੈ ਕੇ ਵੀਜ਼ਾ ਆਫਿਸਰ ਕੋਲ ਜਾਂਦੇ ਹੋ ਤੇ ਤੁਹਾਡਾ ਇੰਟਰਵਿਊ ਲੈਂਦਾ ਹੈ, ਇਨ ਕੇਸ ਜੇ ਤੁਸੀਂ ਇੰਟਰਵਿਊ ਦੇ ਵਿੱਚ ਰਹਿ ਜਾਂਦੇ ਹੋ, ਰਿਫਿਊਜ਼ ਹੋ ਜਾਂਦੇ ਹੋ, ਤਾਂ ਉਸ ਦਿਨ ਦੇ ਵਿੱਚ 30 to 45 ਡੇਜ਼ ਦੇ ਵਿੱਚ ਪੂਰੀ ਦੀ ਪੂਰੀ ਜੋ ਤੁਸੀਂ I-20 ਫੀ ਪੇ ਕੀਤੀ ਹੈ ਉਹ ਰਿਫੰਡ ਹੋਏਗੀ। ਸੋ ਇਹ ਹੁੰਦੀ ਹੈ I-20 ਡਿਪੋਜ਼ਿਟ ਫੀ। ਸੋ ਨਾਰਮਲੀ ਜੇ ਆਪਾਂ ਰਿਫੰਡ ਦੀ ਗੱਲ ਕਰੀਏ ਤਾਂ ਕਿਹੜੇ ਅਮਾਊਂਟ, ਕਿਹੜੀ ਯੂਨੀਵਰਸਿਟੀਜ਼ ਇਹ ਰਿਫੰਡੇਬਲ ਯਕੀਨੀ ਬਣਾਉਂਦੀਆਂ ਨੇ। ਸੋ ਜਿਹੜੀ ਅਮਾਊਂਟ ਹੈ, ਕੋਈ ਘੱਟ ਅਮਾਊਂਟ ਹੈ $70, $100, $200, ਤਾਂ ਤੁਸੀਂ ਕਨਫਰਮ ਹੋ ਜਾਓ ਕਿ ਇਹ ਅਮਾਊਂਟ ਰਿਫੰਡ ਨਹੀਂ ਹੋਣੀ। ਜੇ ਤੁਹਾਡਾ ਕੰਸਲਟੈਂਟ ਕਹਿ ਵੀ ਰਿਹਾ ਕਿ ਤੁਸੀਂ ਇਹ $200 ਅਮਾਊਂਟ ਪੇ ਕਰ ਦਿਓ, ਤੁਹਾਡੀ ਰਿਫੰਡ ਹੋ ਜਾਏਗੀ, ਤਾਂ ਤੁਸੀਂ ਰਿਟਰਨ ਵਿੱਚ ਜ਼ਰੂਰ ਲਓ ਆਪਣੇ ਕੰਸਲਟੈਂਟ ਤੋਂ। ਐਂਡ ਜੇ ਵੀ ਕੋਈ ਅਮਾਊਂਟ $500 ਰਹਿ ਰਹੀ ਆ, $1500, $1000 ਜਾਂ $2000 ਤੱਕ ਜਾ ਰਹੀ ਹੈ, ਕੁਝ ਯੂਨੀਵਰਸਿਟੀ ਦੀ $3000 ਤੱਕ ਵੀ ਚਲੀ ਜਾਂਦੀ ਹੈ, ਉਹ ਕਲੀਅਰਲੀ ਮੈਂਸ਼ਨ ਹੁੰਦਾ ਕਿ ਇਹ 100% ਰਿਫੰਡੇਬਲ ਹੈ ਇਨ ਦਾ ਕੇਸ ਆਫ ਵੀਜ਼ਾ ਡਿਨਾਇਲ। ਦੂਸਰਾ, ਜੇ ਆਪਾਂ ਇਹਨਾਂ ਯੂਨੀਵਰਸਿਟੀ ਦੇ ਵੱਲ ਚੱਲਦੇ ਹਾਂ ਜਿਨ੍ਹਾਂ ਦੀ I-20 ਡਿਪੋਜ਼ਿਟ ਫੀ ਹੈ, ਤੇ ਆਪਣੇ ਵੀਜ਼ਾ ਦੇ ਚਾਂਸਸ ਵੀ ਵਧਣਗੇ। ਇੱਕ ਤਾਂ ਵੀਜ਼ਾ ਆਫਿਸਰ ਨੂੰ ਇਹ ਲੱਗੇਗਾ ਕਿ ਜਿਹੜਾ ਸਟੂਡੈਂਟ ਮੇਰੇ ਸਾਹਮਣੇ ਖੜਾ ਇੰਟਰਵਿਊ ਦੇਣ ਆਇਆ, ਇਹ ਕੁਛ ਨਾ ਕੁਛ ਹੈਵੀ ਅਮਾਊਂਟ, ਜੇ ਮੈਂ ਨਾਰਮਲੀ ਗੱਲ ਕਰਾਂ $2000 ਕੋਈ ਬੱਚਾ USA ਦੀ ਕਿਸੇ ਵੀ ਯੂਨੀਵਰਸਿਟੀ ਦੀ I-20 ਡਿਪੋਜ਼ਿਟ ਫੀ ਪੇ ਕਰ ਰਿਹਾ, which is a part of tuition fee, ਤਾਂ ਇਨ ਇੰਡੀਅਨ ਰੁਪੀਜ਼ ਹੀ ਆਪਣੀ ਅਮਾਊਂਟ ਬਣਦੀ ਹੈ 1,70,000 ਤੋਂ ਲੈ ਕੇ 1,75,000। ਤੁਸੀਂ ਮੋਟਾ 85 ਨਾਲ ਮਲਟੀਪਲਾਈ ਕਰਦੇ ਹੋ ਤਾਂ ਇਹੀ ਅਮਾਊਂਟ ਆਉਂਦੀ ਹੈ। ਸੋ ਜਦੋਂ ਆਪਾਂ ਵੀਜ਼ਾ ਆਫਿਸਰ ਸਾਹਮਣੇ ਇਹ I-20 ਰਿਪਰੈਜ਼ੈਂਟ ਕਰਦੇ ਹਾਂ ਕਿ ਮੈਂ ਆਪਣੀ ਇੱਕ I-20 ਦੀ ਫੀਸ ਪੇ ਕੀਤੀ ਹੈ, ਬਕਾਇਦਾ ਯੂਨੀਵਰਸਿਟੀ ਵੱਲੋਂ ਉੱਪਰ ਮੈਂਸ਼ਨ ਕੀਤਾ ਜਾਂਦਾ ਹੈ ਕਿ ਸਟੂਡੈਂਟ ਦੀ ਇੰਨੀ ਟਿਊਸ਼ਨ ਫੀ ਹੈ, ਇੰਨੀ ਇਹ ਟਿਊਸ਼ਨ ਫੀ ਦੇ ਵਿੱਚੋਂ ਐਡਵਾਂਸ ਫੀ ਪੇ ਕਰ ਚੁੱਕਾ ਹੈ, ਤਾਂ ਇੱਕ ਵੀਜ਼ਾ ਆਫਿਸਰ ਨੂੰ ਤੁਹਾਡੇ ਤੇ ਯਕੀਨ 'ਚ ਆਉਂਦਾ ਹੈ ਕਿ ਸੱਚੀ ਮੁੱਚੀ ਕਿ ਇਹ ਪੇਰੈਂਟਸ, ਇਸ ਬੱਚੇ ਦੇ ਪੇਰੈਂਟਸ ਇੱਕ ਅੱਛੇ ਫੀਲਡ ਨੂੰ ਬਿਲੋਂਗ ਕਰਦੇ ਆ, ਉਹਨਾਂ ਦਾ ਇੱਕ ਫਾਈਨੈਂਸ਼ੀਅਲ ਸਟੇਟਸ, ਇੱਕ ਅੱਛਾ ਸਟੇਬਿਲਿਟੀ ਉਹ ਮੇਨਟੇਨ ਕਰਦੇ ਆ, ਕਿ ਉਹ ਇੰਨੇ ਸੀਰੀਅਸ ਆਪਣੇ ਬੱਚੇ ਦੀ ਸਟੱਡੀ ਲਈ ਕਿ ਉਹਨਾਂ ਨੇ ਪਹਿਲਾਂ ਹੀ ਕੁਝ ਪਾਰਟ ਅਮਾਊਂਟ ਦਾ ਫੀਸ ਐਜ਼ ਅ ਪੇ ਕਰ ਦਿੱਤਾ। ਸੋ ਇੱਕ ਵੀਜ਼ਾ ਆਫਿਸ ਨੂੰ ਟਰਸਟ ਹੋ ਜਾਂਦਾ ਹੈ ਕਿ ਇਹ ਬੱਚਾ ਉੱਥੇ ਜਾ ਕੇ ਵੀ ਆਪਣੀ ਬਾਕੀ ਫੀਸ ਪੇ ਕਰੇਗਾ, ਆਪਣੀ ਸਟੱਡੀਜ਼ ਨੂੰ ਸਹੀ ਤਰੀਕੇ ਦੇ ਨਾਲ ਕੰਪਲੀਟ ਕਰੇਗਾ, ਤੇ ਉੱਥੋਂ ਸਟੱਡੀ ਕਰਨ ਤੋਂ ਬਾਅਦ ਇਹਦਾ ਅੱਛਾ ਫਿਊਚਰ ਬਣੇਗਾ। ਸੋ ਇੱਕ ਤਾਂ ਇਹ ਯਕੀਨ ਆਪਾਂ ਦਿਵਾਤਾ ਵੀਜ਼ਾ ਆਫਿਸਰ ਨੂੰ ਕਿ ਮੇਰੀ ਯੂਨੀਵਰਸਿਟੀ ਇੱਕ ਵਧੀਆ ਯੂਨੀਵਰਸਿਟੀ ਹੈ, ਮੈਂ ਇਹਦੀ ਇੱਕ I-20 ਫੀਸ ਪੇ ਕੀਤੀ ਹੈ ਤੇ ਮੇਰੇ ਪੇਰੈਂਟਸ ਮੈਨੂੰ ਸਪਾਂਸਰ ਸਹੀ ਤਰੀਕੇ ਨਾਲ ਕਰ ਸਕਦੇ ਆ।
ਐਂਡ ਦੂਜਾ ਸਭ ਤੋਂ ਮੋਸਟ ਇੰਪੋਰਟੈਂਟ ਫੈਕਟਰ ਜੋ ਮੈਂ ਦੇਖਿਆ ਕਿ ਜਿਸ ਚੀਜ਼ ਨੂੰ ਦੇਖ ਕੇ ਵੀਜ਼ਾ ਆਫਿਸਰ ਸਭ ਤੋਂ ਜ਼ਿਆਦਾ ਕਨਵਿੰਸ ਹੁੰਦਾ, ਉਹ ਪਾਰਟ ਆਉਂਦਾ ਸਕਾਲਰਸ਼ਿਪ ਦਾ। ਸੋ ਸਟੂਡੈਂਟ ਜਿਹੜੀ ਵੀ ਯੂਨੀਵਰਸਿਟੀ ਆਪਣੇ ਕੋ ਕੋਈ I-20 ਡਿਪੋਜ਼ਿਟ ਫੀ ਲੈ ਰਹੀ ਆ, ਜਿੰਨਾ ਕੁ ਅਸੀਂ ਯੂਨੀਵਰਸਿਟੀਜ਼ ਦੇ ਨਾਲ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਹਾਂ, ਜੋ ਅਸੀਂ ਰਿਅਲਾਈਜ਼ ਕੀਤਾ, ਉਹ ਘੱਟ ਤੋਂ ਘੱਟ 15,000 ਤੋਂ ਲੈ ਕੇ $20,000 ਤੱਕ ਦੀ ਸਕਾਲਰਸ਼ਿਪ ਵੀ ਜ਼ਰੂਰ ਦਿੰਦੇ ਆ। ਇਕੱਲੇ ਉਹਨਾਂ ਸਟੂਡੈਂਟ ਨੂੰ ਸਕਾਲਰਸ਼ਿਪ ਨਹੀਂ ਮਿਲਦੀ ਜਿਨ੍ਹਾਂ ਦੇ ਐਕੈਡੈਮਿਕਸ 80% ਹੈ, 90% ਹੈ। ਅਸੀਂ ਐਸੇ ਸਟੂਡੈਂਟਸ ਵੀ ਦੇਖੇ ਆ ਜਿਹੜੇ ਇਹਨਾਂ ਯੂਨੀਵਰਸਿਟੀਜ਼ ਵਿੱਚ ਜਾਂਦੇ ਆ ਜਿਨ੍ਹਾਂ ਤੇ ਕੋਈ ਡਿਪੋਜ਼ਿਟ ਫੀ ਆ, ਚਾਹੇ ਉਹਨਾਂ ਦੇ ਨੰਬਰ 55%, 52%, 60% ਹੈ, ਤਾਂ ਵੀ ਉਹਨਾਂ ਸਟੂਡੈਂਟ ਨੂੰ 15 ਤੋਂ 20,000 ਦੀ ਸਕਾਲਰਸ਼ਿਪ ਹਰ ਸਾਲ ਵਿੱਚ ਉਹ ਅਲਾਉ ਕਰਦੇ ਆ। ਸੋ ਇਹ ਸਕਾਲਰਸ਼ਿਪ ਜਦੋਂ ਆਪਣੇ I-20 ਫਾਰਮ ਦੇ ਉੱਪਰ ਮੈਂਸ਼ਨ ਹੋ ਕੇ ਆਉਂਦੀ ਆ ਕਿ ਇੰਨੀ ਜਿਹੜੀ ਫੀ ਹੈ ਐਜ਼ ਅ ਸਕਾਲਰਸ਼ਿਪ ਵੇਵਰ ਹੋ ਰਿਹਾ ਵਾ, ਮੰਨ ਲਓ ਕਿ ਤੁਹਾਡੀ ਜਿਹੜੀ ਯੂਨੀਵਰਸਿਟੀ ਦੀ ਸਾਲ ਦੀ ਫੀ ਹੈ $35,000 ਤੋਂ $37,000, ਜੋ ਇੱਕ ਵਧੀਆ ਯੂਨੀਵਰਸਿਟੀ ਦੀ ਇੰਨੀ ਫੀਸ ਹੁੰਦੀ ਹੈ USA ਵਿੱਚ। ਆਪਾਂ ਨੂੰ I-20 ਡਿਪੋਜ਼ਿਟ ਤੋਂ ਬਾਅਦ ਇੱਕ ਸਕਾਲਰਸ਼ਿਪ ਮਿਲਿਆ $15,000 ਤੋਂ $20,000, ਤੇ ਆਪਣੀ ਜਿਹੜੀ ਇਨ ਟੋਟਲ ਆਪਣੀ ਟਿਊਸ਼ਨ ਫੀ ਇੱਕ ਸਾਲ ਦੀ ਰਹਿ ਗਈ ਉਹ $17,000 ਰਹਿ ਗਈ। ਮਤਲਬ ਇੰਡੀਅਨ ਰੁਪੀਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ 12 ਲੱਖ ਦੇ ਕਰੀਬ, ਜੋ ਇੱਕ ਹਲਕੀ ਯੂਨੀਵਰਸਿਟੀ ਦੀ ਫੀਸ ਵੀ ਆਂਦੀ ਹੈ। ਨੋਰਮਲੀ ਤੁਸੀਂ ਕੁਝ ਹਲਕੀਆਂ ਯੂਨੀਵਰਸਿਟੀਜ਼, ਕੁਝ ਪ੍ਰਾਈਵੇਟ ਯੂਨੀਵਰਸਿਟੀਜ਼ ਦੇਖੋਗੇ ਜਿਨ੍ਹਾਂ ਦਾ ਕੋਈ ਨਾਮ ਨਹੀਂ ਹੈ, ਵੀਜ਼ਾ ਦਾ ਰੇਟ ਬਾਕੀਆਂ ਨਾਲੋਂ ਘੱਟ ਹੈ, ਉਹ ਵੀ ਇੰਨੀ ਕੁ ਫੀਸ ਨੋਰਮਲੀ I-20 ਦੇ ਉੱਪਰ ਲਿਖ ਕੇ ਭੇਜ ਰਹੇ ਆ ਤੇ ਉਹ ਸਟੂਡੈਂਟ ਨੂੰ ਪੇ ਕਰਨੀ ਪੈਂਦੀ ਜੇ ਉਹਦਾ ਵੀਜ਼ਾ ਆਂਦਾ ਹੈ, ਤਾਂ ਵੀਜ਼ਾ ਆਫਿਸਰ ਕੋਈ ਖਾਸ ਕਨਵਿੰਸ ਨਹੀਂ ਹੁੰਦਾ। ਸੋ ਦੋ ਫੈਕਟਰ ਹੈ, ਪਹਿਲਾ ਫੈਕਟਰ ਡਿਪੋਜ਼ਿਟ, ਆਪਾਂ ਇੰਪ੍ਰੈਸ਼ਨ ਪਾ ਰਹੇ ਹਾਂ ਕਿ ਮੇਰੀ ਫੈਮਿਲੀ ਮੈਨੂੰ ਵਧੀਆ ਤਰੀਕੇ ਨਾਲ ਸਪਾਂਸਰ ਕਰ ਸਕਦੀ ਹੈ। ਦੂਜਾ ਫੈਕਟਰ ਉਸੇ ਹੀ ਡਿਪੋਜ਼ਿਟ ਤੋਂ ਬਾਅਦ ਮਿਲਣ ਵਾਲੀ ਆਪਾਂ ਨੂੰ ਸਕਾਲਰਸ਼ਿਪ, ਜੋ ਬਹੁਤ ਇਫੈਕਟ ਕਰਦੀ। ਮੈਂ ਦੇਖਿਆ ਆਪਣੇ ਕੈਰੀਅਰ ਦੇ ਵਿੱਚ ਸਟੂਡੈਂਟ ਨੂੰ ਇਹੀ ਕੁਐਸਚਨ ਪੁੱਛਦੇ ਆ, ਕੁਐਸਚਨ ਨਹੀਂ ਪੁੱਛਦੇ, ਮਤਲਬ ਇਹ ਜਵਾਬ ਦਿੰਦੇ ਆ, ਵਾਓ ਯੂ ਗਾਟ ਅ ਸਕਾਲਰਸ਼ਿਪ ਵਰਥ $20,000 ਸੀਮਸ ਯੂ ਐਨ ਇੰਟੈਲੀਜੈਂਟ ਸਟੂਡੈਂਟ। ਸੋ ਇੰਨੀ ਕੁ ਗੱਲ ਕਰਨ ਤੋਂ ਬਾਅਦ ਇੱਕ ਦਾ ਸਵਾਲ ਪੁੱਛ ਕੇ ਉਹਨਾਂ ਦਾ ਵੀਜ਼ਾ ਅਪਰੂਵ ਕਰ ਸਕਦੇ ਹਾਂ। ਸੋ ਜੇ ਆਪਾਂ USA ਨੂੰ ਸਟੂਡੈਂਟ ਸੀਰੀਅਸਲੀ ਲੈ ਰਹੇ ਹਾਂ ਤਾਂ ਇਹ ਕੁਝ ਚੀਜ਼ਾਂ ਨੂੰ ਆਪਾਂ ਨੂੰ ਅਪਣਾਉਣਾ ਹੋਏਗਾ। ਆਪਾਂ ਨੂੰ ਜੇ ਅੱਜ ਆਪਾਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਹਾਂ ਤਾਂ ਉਹ ਸਟੱਡੀ ਵੀਜ਼ਾ ਨੂੰ ਅਪਲਾਈ ਕਰਨ ਤੱਕ ਆਪਾਂ 10 ਤੋਂ 12 ਲੱਖ ਦੀ ਟਿਊਸ਼ਨ ਫੀ ਪੇ ਕਰ ਰਹੇ ਹਾਂ, 6.5 ਤੋਂ 7 ਲੱਖ ਦਾ ਆਪਾਂ GIC ਪੇ ਕਰ ਰਹੇ ਹਾਂ, ਮੈਡੀਕਲ ਕਰਵਾ ਰਹੇ ਹਾਂ, ਆਪਣਾ ਬਾਇਓਮੈਟ੍ਰਿਕ ਦੀ ਫੀ ਦੇ ਰਹੇ ਹਾਂ। ਇੰਨੇ ਖਰਚੇ ਕਰਨ ਤੋਂ ਬਾਅਦ 20 ਲੱਖ ਲਗਾਉਣ ਤੋਂ ਬਾਅਦ ਆਲਮੋਸਟ ਆਪਾਂ ਐਮਬੈਸੀ ਤੱਕ ਪਹੁੰਚਦੇ ਹਾਂ। ਤੇ ਕੀ ਆਪਾਂ USA ਲਈ ਜੇ ਥੋੜਾ ਜਿਹਾ ਰਿਸਕ ਲਈਏ, ਮਤਲਬ ਰਿਸਕ ਵੀ ਕਾਹਦਾ, ਜੇ ਉਹ ਪੈਸੇ ਤੁਹਾਡੇ ਕੋਲ ਪਏ ਆ, ਤੁਹਾਡੇ ਘਰੇ ਪਏ ਆ ਜਾਂ ਤੁਹਾਡੀ ਬੈਂਕ ਵਿੱਚ ਪਏ ਆ, ਕੋਈ ਉਹਨਾਂ ਨੇ ਕੋਈ ਬਹੁਤ ਮੋਟਾ 1.5-2 ਲੱਖ ਦੇ ਵਿਆਜ ਨਹੀਂ ਦੇ ਦੇਣਾ ਆਪਾਂ ਨੂੰ। ਜੇ ਇਹੀ ਪੈਸੇ ਆਪ ਆਪਣੇ ਡਾਕੂਮੈਂਟ ਦੇ ਉੱਪਰ ਲਗਾਈਏ, ਆਪਣੀ ਯੂਨੀਵਰਸਿਟੀ ਨੂੰ ਪੇ ਕਰੀਏ, ਤਾਂ ਮੈਨੂੰ ਲੱਗਦਾ ਕਿ ਵੀਜ਼ਾ ਦੇ ਚਾਂਸਸ ਹੋਰ ਬਹੁਤ ਵਧਣਗੇ। ਇਹ ਗੱਲਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿ ਰਿਹਾ। ਯਕੀਨ ਕਰੋ ਅੱਜ ਤੱਕ ਸਾਨੂੰ ਕੋਈ ਵੀ ਰਿਫਿਊਜ਼ਲ ਨਹੀਂ ਮਿਲਿਆ ਉਸ ਸਟੂਡੈਂਟ ਦਾ ਜਿਹਨੇ ਕੋਈ I-20 ਦਾ ਡਿਪੋਜ਼ਿਟ ਪੇ ਕੀਤਾ ਹੋਵੇ ਤੇ ਉਹਨੂੰ ਅੱਛੀ ਖਾਸੀ ਸਕਾਲਰਸ਼ਿਪ ਮਿਲੀ ਹੋਵੇ। ਸੋ ਹੁਣ ਆਪਾਂ ਸਟੂਡੈਂਟਸ ਗੱਲ ਕਰਦੇ ਹਾਂ ਉਹਨਾਂ ਯੂਨੀਵਰਸਿਟੀ ਦੀ ਜਿਨ੍ਹਾਂ ਦੇ ਰੈਂਕ ਬਹੁਤ ਵਧੀਆ ਨੇ, ਇੱਕ ਵਧੀਆ ਇੰਪ੍ਰੈਸ਼ਨ ਜਾਂਦਾ ਵੀਜ਼ਾ ਆਫਿਸਰ ਦੇ ਅੱਗੇ, ਤੇ ਇਹ ਯੂਨੀਵਰਸਿਟੀਜ਼ ਇੱਕ ਅੱਛੀ ਖਾਸੀ ਆਪਾਂ ਨੂੰ ਸਕਾਲਰਸ਼ਿਪ ਦਿੰਦੀਆਂ ਨੇ। ਮੈਂ ਇੱਕ ਵਾਰ ਤੁਹਾਨੂੰ ਇਹ ਨਾਮ ਪੜ੍ਹ ਕੇ ਸੁਣਾ ਦਿੰਦਾ। ਤੁਸੀਂ ਵੀ ਜੇ ਇਹਨਾਂ ਯੂਨੀਵਰਸਿਟੀ 'ਚ ਲਾਈਕ ਕਰ ਰਹੇ ਹੋ ਤਾਂ ਦੇਰੀ ਨਾ ਕਰੋ, ਆਪਣੀ ਫੀਸ ਜ਼ਰੂਰ ਪੇ ਕਰੋ। ਸੋ ਇਹਦੇ ਵਿੱਚ ਆਪਣੇ ਕੋਲ ਆਉਂਦਾ ਯੂਨੀਵਰਸਿਟੀ ਆਫ ਇਲੀਨੋਇਸ ਐਟ ਸ਼ਿਕਾਗੋ। ਇਲੀਨੋਇਸ ਸ਼ਿਕਾਗੋ ਦੀ ਨੰਬਰ 1 ਯੂਨੀਵਰਸਿਟੀ ਹੈ ਸਟੂਡੈਂਟਸ ਹੈ। ਦੈਨ ਵੀ ਹੈਵ ਯੂਨੀਵਰਸਿਟੀ ਆਫ ਮੈਸੇਚਿਉਸੇਟਸ, ਇਹਨੂੰ UMass ਵੀ ਕਿਹਾ ਜਾਂਦਾ, ਬੋਸਟਨ ਐਂਡ ਡਾਰਟਮਾਊਥ। 2 ਕੈਂਪਸ ਹੈ ਇਹਨਾਂ ਦੇ, ਦੋਨਾਂ ਦੇ ਜੇ ਤੁਹਾਨੂੰ ਕੋਈ ਆਫਰ ਲੈਟਰ ਹੈ ਤੁਸੀਂ ਵੀ ਉਸੇ ਕੈਟੇਗਰੀ 'ਚ ਲਾਈਕ ਕਰ ਰਹੇ ਹੋ। ਥਰਡ ਵੀ ਹੈਵ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ, ਯੂਨੀਵਰਸਿਟੀ ਆਫ ਊਟਾ, ਪਿਟਸਬਰਗ ਸਟੇਟ ਯੂਨੀਵਰਸਿਟੀ, ਔਬਨ ਯੂਨੀਵਰਸਿਟੀ। ਜੀ ਹਾਂ, ਸੋ ਇਹ ਸਭ ਉਹ ਯੂਨੀਵਰਸਿਟੀਜ਼ ਨੇ ਜਿਨ੍ਹਾਂ ਵਿੱਚ ਤੁਸੀਂ ਆਪਣਾ ਲੱਕੀ ਆਪਣੇ ਚਾਂਸਸ ਬਹੁਤ ਵਧਾਓਗੇ ਜੇ ਇਹਨਾਂ ਵਾਲੇ ਪਾਸੇ ਚਾਹੋਗੇ। ਤੇ ਇੱਕ ਹੋਰ ਫੈਕਟ ਜੋ ਮੈਂ ਦੱਸਣਾ ਚਾਹਾਂਗਾ, ਇਹਨਾਂ ਯੂਨੀਵਰਸਿਟੀ ਵਿੱਚ ਬਹੁਤ ਸਾਰਾ ਕਰਾਊਡ ਨਹੀਂ ਜਾਂਦਾ, ਡਰ ਜਾਂਦਾ ਕਿ ਮੈਨੂੰ ਕੋਈ ਫੀ ਪੇ ਕਰਨੀ ਪਏਗੀ, ਮੇਰੀ ਫੀਸ ਮਰੇਗੀ, ਕਦੋਂ ਵਾਪਸ ਆਏਗੀ, ਕਦੋਂ ਨਹੀਂ ਵਾਪਸ ਆਏਗੀ। ਸੋ ਇੱਕ ਦਿਨ ਐਗਜ਼ਾਮਪਲ ਦੇ ਤੌਰ ਤੇ ਜੇ ਐਮਬੈਸੀ ਵਿੱਚ 200 ਬੱਚਾ ਇੰਟਰਵਿਊ ਦਿਨ ਖੜਾ ਹੈ ਤਾਂ ਯਕੀਨ ਮੰਨਿਓ 150 ਤੋਂ 160-70 ਬੱਚੇ ਉਹੀ ਹੋਣਗੇ ਜਿਨ੍ਹਾਂ ਦੀ ਕੋਈ I-20 ਡਿਪੋਜ਼ਿਟ ਫੀ ਨਹੀਂ ਹੈ। ਐਂਡ 10-20-30 ਬੱਚੇ ਹੋਣਗੇ ਕੁਝ ਇਹਨਾਂ ਯੂਨੀਵਰਸਿਟੀਜ਼ ਦੇ ਜਿਹੜਾ ਬੱਚਾ ਆਪਣੀ ਕੋਈ ਫੀਸ ਤਾਰ ਕੇ ਉੱਥੇ ਇੰਟਰਵਿਊ ਦੇਣ ਜਾ ਰਿਹਾ। ਸੋ ਤੁਹਾਡੇ ਚਾਂਸਸ ਔਨ ਦਾ ਬੇਸਿਸ ਆਫ ਕੋਟਾ ਕਿ ਇਸ ਯੂਨੀਵਰਸਿਟੀ ਨੂੰ ਇਹਨਾਂ ਵੀਜ਼ਾ ਅਪਰੂਵ ਹੋਣਾ ਹੀ ਹੋਣਾ ਹੈ, ਉਸ ਬੇਸਿਸ ਤੇ ਵੀ ਤੁਹਾਡੇ ਵੀਜ਼ਾ ਦੇ ਚਾਂਸਸ ਬਹੁਤ ਵੱਧ ਜਾਣਗੇ।
ਸੋ ਜੇ ਤੁਸੀਂ ਇਹਨਾਂ ਯੂਨੀਵਰਸਿਟੀ ਬਾਰੇ ਜਾਂ ਹੋਰ ਕੋਈ ਐਡਵਾਈਸ ਚਾਹੁੰਦੇ ਹੋ ਤਾਂ ਇੱਕ ਵਾਰੀ IBT ਦੇ ਨੀਅਰੈਸਟ ਆਫਿਸ ਜ਼ਰੂਰ ਵਿਜ਼ਿਟ ਕਰੋ। ਜੇ ਤੁਸੀਂ ਇਹਨਾਂ ਯੂਨੀਵਰਸਿਟੀਜ਼ ਬਾਰੇ ਹੋਰ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ IBT ਦੇ ਨੀਅਰੈਸਟ ਆਫਿਸ ਵਿਜ਼ਿਟ ਕਰੋ, ਸਾਨੂੰ ਆ ਕੇ ਮਿਲੋ। ਕੋਈ ਹੋਰ ਵੀ ਡਾਊਟ ਹੈ ਰਿਲੇਟਡ ਵਿਦ ਦਾ ਇੰਟਰਵਿਊ, ਜੇ ਤੁਹਾਡਾ I-20 ਆ ਚੁੱਕਾ, ਇੰਟਰਵਿਊ 'ਚ ਸਟਰਗਲ ਕਰ ਰਹੇ ਹੋ ਤਾਂ IBT ਤੁਹਾਡੀ ਬਾਂਹ ਨਹੀਂ ਛੱਡੇਗਾ। IBT ਤੁਹਾਨੂੰ ਕਰਾਏਗਾ ਫੁੱਲ ਫਲੈਜ ਕੰਪਲੀਟ ਇੰਟਰਵਿਊ ਦੀ ਤਿਆਰੀ ਇੱਕ ਅੱਛੇ ਸੈਟਅਪ ਵਿੱਚ ਜੋ ਐਮਬੈਸੀ ਨਾਲ ਰਿਜ਼ੈਂਬਲ ਕਰ ਰਿਹਾ ਹੈ। ਸੋ ਆਲ ਦਾ ਬੈਸਟ ਸਟੂਡੈਂਟ। ਜੇ ਤੁਸੀਂ ਇੰਟਰਵਿਊ ਲਈ ਜਾ ਰਹੇ ਹੋ ਤੇ ਯਕੀਨੀ ਬਣਾਓ ਕਿ ਤੁਸੀਂ ਵੀਜ਼ਾ ਲੈ ਕੇ ਜ਼ਰੂਰ ਆਓਗੇ। ਧੰਨਵਾਦ।